ਵਾਹਿਗੁਰੂ ਜੀ। ਸਤਨਾਮ। ਸ੍ਰੀ ਵਾਹਿਗੁਰੂ ਸਾਹਿਬ ਜੀ। ਮੰਨੇ ਕੀ ਗਤ ਕਹੀ ਨਾ ਜਾਏ, ਜੇ ਕੋ ਕਹੈ ਪਿਛੈ ਪਛਤਾਏ। ਕਾਗਦ ਕਲਮ ਨਾ ਲਿਖਣ ਹਾਰ, ਮੰਨੇ ਕਾ ਬਹਿ ਕਰਨ ਵਿਚਾਰ। ਐਸਾ ਨਾਮ ਨਿਰੰਜਨ ਹੋਏ, ਜੇ ਕੋ ਮਨ ਜਾਣੈ ਮਨ ਕੋਏ। ਐਸਾ ਨਾਮ ਨਿਰੰਜਨ ਹੋਏ, ਜੇ ਕੋ ਮਨ ਜਾਣੈ ਮਨ ਕੋਏ। ਸਾਹਿਬ ਕਮਾਲ। ਚਵਰ ਛਤਰ ਤਖਤ ਦੇ ਮਾਲਕ, ਜੁਗੋ ਜੁਗ ਅਟਲ, ਸਤਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਅਤੇ ਪਵਿੱਤਰ ਚਰਨਾਂ ਦੇ ਵਿੱਚ ਅੰਮ੍ਰਿਤ ਵੇਲੇ ਦੀ ਹਾਜ਼ਰੀ ਭਰ ਰਹੀ ਸਾਰੀ ਸੰਗਤ ਆਓ। ਗੁਰੂ ਪਾਤਸ਼ਾਹ ਨੇ ਤਰਸ ਕੀਤਾ, ਦਇਆ ਕੀਤੀ, ਮਿਹਰ ਕੀਤੀ। ਅੰਮ੍ਰਿਤ ਵੇਲੇ ਦਾ ਸੁਭਾਗ ਸਮਾਂ ਜਿਹੜਾ ਹੈ ਉਹ ਆਪਾਂ ਨੂੰ ਪ੍ਰਾਪਤ ਹੋਇਆ ਹੈ। ਆਓ ਸਾਰੇ ਰਲ ਮਿਲ ਕਰਕੇ ਗੁਰੂ ਦੀ ਬਾਣੀ ਦੀ ਪਾਵਨ ਵਿਚਾਰ ਦੇ ਨਾਲ ਆਪਾਂ ਜੁੜਨ ਦਾ ਯਤਨ ਕਰੀਏ। ਗੁਰੂ ਸਾਹਿਬ ਨੇ ਕਹਿਣ ਵਾਲਿਆਂ ਤੇ ਵੀ ਤਰਸ ਕੀਤਾ ਹੈ, ਸੁਣਨ ਵਾਲਿਆਂ ਤੇ ਵੀ ਤਰਸ ਕੀਤਾ ਹੈ। ਔਰ ਉਹਦੀ ਬਖਸ਼ਿਸ਼ ਦੇ ਪਾਤਰ ਬਣੇ ਹਾਂ, ਬਾਣੀ ਦੇ ਸੁਣਨ ਦੇ ਜਾਂ ਕਹਿਣ ਦੇ ਪਾਤਰ ਬਣੇ ਹਾਂ। ਇਹ ਸਭ ਸਤਿਗੁਰੂ ਦੀ ਕਿਰਪਾ ਹੈ। ਬੜੇ ਲੋਕ ਨੇ ਜਿਹੜੇ ਇਸ ਵੇਲੇ ਹਸਪਤਾਲਾਂ ਦੇ ਵਿੱਚ ਪਏ ਮੌਤ ਦੀ ਲੜਾਈ ਲੜ ਰਹੇ ਨੇ। ਬੜੀ ਦੁਨੀਆ ਹੈ ਜਿਹੜੀ ਇਸ ਵੇਲੇ ਕਿਸੇ ਵਿਪਤਾ ਦੇ ਵਿੱਚ, ਕੋਈ ਸਫ਼ਰ ਵਿੱਚ ਹੈ, ਕੋਈ ਕਿੱਦਾਂ ਹੈ, ਕੋਈ ਕਿੱਦਾਂ ਹੈ। ਪਰ ਧੰਨ ਉਹਨਾਂ ਗੁਰਸਿੱਖਾਂ ਦੇ ਭਾਗ ਜਿਹੜੇ ਗੁਰੂ ਦੀ ਯਾਦ ਅੰਦਰ ਜੁੜਦੇ ਨੇ। ਆਓ ਆਪਾਂ ਚੱਲ ਰਹੀ ਜਿਹੜੀ ਲੜੀਵਾਰ ਕਥਾ ਹੈ, ਵੈਸੇ ਤਾਂ ਇਹ ਅਕਥ ਕਥਾ ਹੈ ਜੀ। ਅੱਜ ਤੱਕ ਦੁਨੀਆ ਦੇ ਭਾਵੇਂ ਸਾਰੇ ਵਿਦਵਾਨ ਇਕੱਠੇ ਹੋ ਜਾਣ, ਪਰਮਾਤਮਾ ਦੀ ਕਥਾ ਦਾ ਕਥਨ ਨਹੀਂ ਕਦੇ ਵੀ ਹੋ ਸਕਦਾ। ਲੇਕਿਨ ਆਪਾਂ ਆਪਣੇ ਜੀਵਨ ਦੀ ਜਾਂਚ ਸਿੱਖਣ ਵਾਸਤੇ ਗੁਰਬਾਣੀ ਦੀ ਵਿਚਾਰ ਕਰ ਸਕਦੇ ਹਾਂ।
ਤੇ ਉਹ ਜਿਹੜੀ ਵਿਚਾਰ ਹੈ ਉਹ ਕੇਵਲ ਗੁਰੂ ਦੀ ਹੋਵੇ, ਆਪਣੀ ਨਹੀਂ। ਜਿਹੜੀ ਗੁਰੂ ਦੀ ਵਿਚਾਰ ਹੈ, ਗੁਰਬਾਣੀ ਦੀ ਵਿਚਾਰ ਹੈ, ਤੇ ਉਹ ਸਾਨੂੰ ਜੀਵਨ ਦੀ ਜਾਂਚ ਸਿਖਾਏਗੀ। ਤੇ ਜਿਹੜੀ ਕਿ ਮਨੁੱਖ ਦੀ ਕਈ ਵਾਰੀ ਆਪਣੀਆਂ ਵਿਚਾਰਾਂ ਹੁੰਦੀਆਂ ਨੇ, ਉਹ ਗੁਰਬਾਣੀ ਦੇ ਸਾਹਮਣੇ ਤੁੱਛ ਹਨ। ਕਿਉਂਕਿ ਆਪਾਂ ਜਪਜੀ ਸਾਹਿਬ ਦੇ ਵਿੱਚ ਪਿੱਛੇ ਵਿਚਾਰ ਕੇ ਆਏ ਹਾਂ ਕਿ ਸਹਿਸ ਸਿਆਣਪਾ ਲੱਖ ਹੋਏ ਤਾਂ ਇੱਕ ਨਾ ਚੱਲੇ ਨਾਲ। ਕਹਿਣ ਦਾ ਭਾਵ ਕਿ ਮਨੁੱਖ ਭਾਵੇਂ ਆਪਣੇ ਆਪ ਨੂੰ ਕਿਤਨਾ ਹੀ ਸਿਆਣਾ, ਕਿਤਨਾ ਹੀ ਸੂਝਵਾਨ ਕਿਉਂ ਨਾ ਸਮਝਦਾ ਹੋਵੇ, ਪਰ ਗੁਰਬਾਣੀ ਦੀ ਵਿਚਾਰ ਜਿਹੜੀ ਹੈ, ਗੁਰੂ ਦੀ ਜਿਹੜੀ ਵਿਚਾਰ ਹੈ, ਗੁਰਬਾਣੀ ਦੀ ਜਿਹੜੀ ਸਿੱਖਿਆ ਹੈ, ਤੇ ਮਨੁੱਖ ਦੀ ਵਿਚਾਰ ਉਹਦਾ ਮਿਲਾਪ ਜਾਂ ਮੁਕਾਬਲਾ ਨਹੀਂ ਕਰ ਸਕਦੀ। ਇਸ ਕਰਕੇ ਆਓ ਗੁਰੂ ਦੀ ਵਿਚਾਰ ਨਾਲ ਜੁੜਨ ਦਾ ਯਤਨ ਕਰੀਏ। ਜਿਤਨੀ ਸੰਗਤ ਗੁਰੂ ਪਾਤਸ਼ਾਹ ਦੇ ਚਰਨਾਂ ਵਿੱਚ ਹਾਜ਼ਰ ਹੈ, ਮੁੱਖ ਰਸਨਾ ਨੂੰ ਪਵਿੱਤਰ ਕਰੀਏ। ਸਾਰੀ ਸੰਗਤ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਪਾਂ ਜਪਜੀ ਸਾਹਿਬ ਦੀਆਂ 4 ਜਿਹੜੀਆਂ ਸ਼ਰਵਣ ਕਰਨ ਦੀਆਂ ਪਹਿਲੀਆਂ 4 ਪੌੜੀਆਂ ਨੇ ਉਹ ਵਿਚਾਰ ਚੁੱਕੇ ਆ। ਧਿਆਨ ਦਿਓ। ਸ਼ਰਵਣ ਭਗਤੀ, ਮੰਨਣ ਭਗਤੀ ਔਰ ਨਿਧਿਆਸਨ, ਇਹ ਪ੍ਰਮੁੱਖ 3 ਅਵਸਥਾਵਾਂ ਨੇ। ਸ਼ਰਵਣ ਦੀ ਆਪਾਂ ਵਿਚਾਰ ਚੁੱਕੇ ਹਾਂ ਜੀ, ਵੀ ਪਹਿਲੀ ਸ਼ਰਵਣ ਜ਼ਰੂਰੀ ਹੈ। ਤੇ ਹੁਣ ਥੋੜ੍ਹਾ ਧਿਆਨ ਦਿਓ। ਵੈਸੇ ਤਾਂ ਆਪਾਂ ਪਹਿਲਾਂ ਵਿਚਾਰ ਕਰ ਚੁੱਕੇ ਹਾਂ ਵੀ ਜਿਹੜੀ ਗੁਰਬਾਣੀ ਹੈ ਨਾ ਜੀ, ਇਹ ਅਗਾਧ ਬੋਧ ਹੈ, ਇਹਦਾ ਅੰਤ ਕੋਈ ਨਹੀਂ। ਫਿਰ ਵੀ ਯਤਨ ਕਰੀਏ ਕਿ ਆਪਾਂ ਰਲ ਮਿਲ ਕਰਕੇ ਸਾਰੇ, ਭਾਵੇਂ ਕੋਈ ਕਹਿਣ ਵਾਲਾ ਹੈ, ਭਾਵੇਂ ਕੋਈ ਸੁਣਨ ਵਾਲਾ ਹੈ, ਇਹ ਦੋਵਾਂ ਦੀ ਵਿਚਾਰ ਹੈ। ਕਿਉਂਕਿ ਗੁਰੂ ਘਰ ਦੇ ਵਿੱਚ ਕਹਿਣ ਵਾਲੇ ਵੀ ਪਵਿੱਤਰ ਨੇ, ਸੁਣਨ ਵਾਲੇ ਵੀ ਪਵਿੱਤਰ ਨੇ। ਹੁਣ ਧਿਆਨ ਦਿਓ ਜੀ, ਸ਼ਰਵਣ ਭਗਤੀ ਜਦੋਂ ਹੋ ਜਾਂਦੀ ਹੈ, ਆਪਾਂ ਸ਼ਰਵਣ ਬਾਰੇ ਵਿਚਾਰਿਆ, ਚਲੋ ਜਿਤਨੀ ਕੁ ਸੋਝੀ ਸਤਿਗੁਰੂ ਜੀ ਨੇ ਬਖਸ਼ਿਸ਼ ਕੀਤੀ। ਹੁਣ ਉਸ ਤੋਂ ਬਾਅਦ ਅੱਗੇ ਆ ਜਾਂਦਾ ਜੀ ਮੰਨਣ, ਤੇ ਮੰਨਣ ਆ ਜਾਂਦਾ। ਮੰਨਣ ਕੀ ਹੈ, ਥੋੜ੍ਹਾ ਜਿਹਾ ਆਪਾਂ ਇਹਦੇ ਬਾਰੇ ਵੀ ਵਿਚਾਰ ਕਰ ਲਈਏ। ਅਸਲ ਵਿੱਚ ਮੰਨਣ ਦੀ ਜਿਹੜੀ ਅਵਸਥਾ ਹੈ ਨਾ ਜੀ, ਉਹਦਾ ਇੱਕ ਭਾਵ ਹੈ। ਮੰਨਣ ਦੀ ਪਰਿਭਾਸ਼ਾ ਕੀ ਹੈ? ਇੱਕ ਅਰਥ ਹੁੰਦਾ ਹੈ, ਇੱਕ ਪਰਿਭਾਸ਼ਾ ਹੁੰਦੀ ਹੈ, ਤੇ ਸਾਨੂੰ ਦੋਵੇਂ ਚੀਜ਼ਾਂ ਸਮਝਣੀਆਂ ਪੈਂਦੀਆਂ ਨੇ। ਹੁਣ ਮੰਨ ਲਓ ਅਰਥ ਤੇ ਬੜਾ ਸੌਖਾ ਜਿਹਾ ਹੈ ਵੀ ਮੰਨਣ ਨੂੰ, ਕਿਸੇ ਚੀਜ਼ ਨੂੰ ਮੰਨ ਲੈਣ ਨੂੰ ਪਰਿਭਾਸ਼ਾ ਵਾਹਿਗੁਰੂ ਮੰਨਣਾ ਕਹਿੰਦੇ ਨੇ। ਪਰ ਮੰਨਣ ਦੀ ਪਰਿਭਾਸ਼ਾ ਕੀ ਹੈ? ਮੰਨਣ ਦੀ ਪਰਿਭਾਸ਼ਾ ਹੈ ਜਿੱਥੇ ਮਨ ਨਾ ਹੋਵੇ। ਥੋੜ੍ਹਾ ਧਿਆਨ ਦਿਓ। ਮਹਾਤਮਾ ਬੁੱਧ ਨੇ ਇੱਕ ਅਵਸਥਾ ਦਾ ਜ਼ਿਕਰ ਕੀਤਾ, ਉਹ ਕਹਿੰਦੇ ਨੇ ਅਮਨ। ਉਹਨੇ ਮਨ ਦੇ ਅੱਗੇ ਆੜਾ ਅਕਸ਼ਰ ਲਾ ਕੇ, ਜਿਵੇਂ ਆਪਾਂ ਜੀਤ ਦੇ ਅੱਗੇ ਆੜਾ ਅਕਸ਼ਰ ਲਾ ਕੇ ਅਜੀਤ ਕਰ ਦਿੰਦੇ ਹਾਂ, ਰੋਗ ਦੇ ਅੱਗੇ ਆੜਾ ਅਕਸ਼ਰ ਲਾ ਕੇ ਅਰੋਗ ਕਰ ਦਿੰਦੇ ਹਾਂ। ਹੁਣ ਜੇ ਆੜਾ ਅਕਸ਼ਰ ਕੱਟ ਦਿੱਤਾ ਜਾਏ ਤੇ ਉਹ ਬਣਦਾ ਰੋਗ, ਰੋਗੀ। ਤੇ ਜੇ ਰੋਗ ਦੇ ਸਾਹਮਣੇ ਆੜਾ ਅਕਸ਼ਰ ਲਾ ਦਿੱਤਾ ਜਾਏ ਤੇ ਉਹ ਬਣਦਾ ਅਰੋਗੀ, ਰੋਗ ਤੋਂ ਮੁਕਤ। ਜੀਤ ਦੇ ਸਾਹਮਣੇ ਆੜਾ ਅਕਸ਼ਰ ਲਾ ਦਿੱਤਾ ਜਾਵੇ, ਬਣਦਾ ਅਜੀਤ, ਨਾ ਜਿੱਤਿਆ ਜਾਣ ਵਾਲਾ। ਇਸੇ ਤਰ੍ਹਾਂ ਮਹਾਤਮਾ ਬੁੱਧ ਹੋਰਾਂ ਨੇ ਆਪਣੇ ਧਰਮ ਦੇ ਵਿੱਚ ਅਮਨ ਗੱਲ ਕੀਤੀ। ਅਮਨ, ਅਮਨੀ, ਮਨ ਤੋਂ ਪਰੇ ਦੀ ਗੱਲ, ਜਿੱਥੇ ਮਨ ਨਾ ਹੋਵੇ। ਤੇ ਹੁਣ ਆਪਾਂ ਜਿਹੜਾ ਪੜ੍ਹਦੇ ਹਾਂ ਮੰਨਣ, ਪਿੱਛੇ 2 ਅਕਸ਼ਰ ਲਏ ਗਏ ਨੇ, ਨੰਨਾ ਤੇ ਨਾਣਾ।
ਠੀਕ ਹੈ, ਨਾਣੇ ਅਕਸ਼ਰ ਦੀ ਜਿਹੜੀ ਆਵਾਜ਼ ਹੈ ਥੋੜ੍ਹੀ ਜਿਹੀ ਜੀਭ ਉਲਟਾ ਕੇ ਅਤੇ ਮਨ ਮੁੱਖ ਨੂੰ ਖੋਲ੍ਹ ਕੇ ਆਉਂਦੀ ਹੈ। ਨੰਨਾ ਅਤੇ ਨਾਣਾ, ਨੰਨਾ ਅਤੇ ਨਾਣੇ ਅਕਸ਼ਰ ਦਾ ਕੋਈ ਬਹੁਤਾ ਫਰਕ ਨਹੀਂ ਹੈ। ਇੰਝ ਵੀ ਕਹਿ ਸਕਦੇ ਹਾਂ ਵੀ ਪਿੱਛੇ ਦੋ ਨੰਨੇ ਜਿਹੜੇ ਨੇ ਲਾ ਦਿੱਤੇ ਗਏ ਨੇ। ਜਿਹੜਾ ਪਿੱਛੇ ਨਾਣਾ ਹੈ ਨਾ, ਉਹਦਾ ਅਰਥ ਬਣਾਉਣਾ ਹੈ ਨਾ, ਮਤਲਬ ਮਨ ਨਾ, ਜਿੱਥੇ ਮਨ ਨਾ ਹੋਵੇ। ਹੁਣ ਸ਼ਰਵਣ ਕਰਨ ਤੋਂ ਬਾਅਦ ਮਨੁੱਖ ਦੋ ਪ੍ਰਕਿਰਿਆ ਦੇ ਵਿੱਚ ਚਲਾ ਜਾਂਦਾ ਹੈ। ਦੋ ਮਾਰਗ ਸਾਡੇ ਸ਼ੁਰੂ ਹੁੰਦੇ ਨੇ ਸ਼ਰਵਣ ਤੋਂ ਬਾਅਦ, ਧਿਆਨ ਦਿਓ। ਸ਼ਰਵਣ ਤੋਂ ਬਾਅਦ ਇੱਕ ਤਾਂ ਸਾਡੇ ਕੋਲ ਮਾਰਗ ਸ਼ੁਰੂ ਹੋ ਜਾਂਦਾ ਜੀ ਮੰਨਣ ਵਾਲਾ, ਅਤੇ ਦੂਜਾ ਮਾਰਗ ਸ਼ੁਰੂ ਹੋ ਜਾਂਦਾ ਹੈ ਵਿਚਾਰ ਵਾਲਾ। ਵੈਸੇ ਸ਼ਰਵਣ ਕਰਨ ਤੋਂ ਬਾਅਦ 99% ਜਾਣੀ ਕਿ 99% ਲੋਕ ਜਿਹੜੇ ਉਹ ਵਿਚਾਰ ਦੇ ਤਲ 'ਤੇ ਚਲੇ ਜਾਂਦੇ ਨੇ। ਇਹ ਗੱਲਾਂ ਸਾਨੂੰ ਸਮਝਣੀਆਂ ਪੈਣਗੀਆਂ ਭਾਈ। ਇਹ ਨਹੀਂ ਕਹਿੰਦੇ ਵੀ ਕਿਤਾਬਾਂ ਨਹੀਂ ਪੜ੍ਹਨਾ ਚਾਹੀਦੀਆਂ ਜਾਂ ਕੁਝ ਹੋਰ ਨਹੀਂ, ਜਿੱਥੋਂ ਵੀ ਕਿਤੋਂ ਗਿਆਨ ਦੀ ਗੱਲ ਮਿਲਦੀ ਹੈ ਸੁਣ ਲੈਣੀ ਚਾਹੀਦੀ ਹੈ। ਪਰ ਅਸਲ ਵਿੱਚ ਜਿਹੜਾ ਜਪਜੀ ਸਾਹਿਬ ਜੀ ਨੂੰ ਜਿੰਨੇ ਸੋਹਣੇ ਢੰਗ ਦੇ ਨਾਲ ਸਮਝਾਂਗੇ ਤਾਂ ਸਾਡੀ ਜ਼ਿੰਦਗੀ ਦੇ ਵਿੱਚ ਓਨਾ ਹੀ ਬਦਲਾਅ ਆਏਗਾ। ਇਹ ਵੀ ਨਹੀਂ ਵੀ ਇੱਕ ਵਾਰ ਸੁਣ ਕੇ ਵੀ ਨਹੀਂ। ਜੇ ਤੁਹਾਨੂੰ ਜਪਜੀ ਸਾਹਿਬ ਜੀ ਦੀ ਕਥਾ 1000 ਵਾਰ ਸੁਣਨ ਦਾ ਮੌਕਾ ਮਿਲੇ ਤੇ ਇੱਕ ਵੀ ਮੌਕਾ ਖੁੰਝਣ ਨਾ ਦਿਓ, ਕਿਉਂਕਿ ਜੇ 1000 ਵਾਰ ਵੀ ਸ਼੍ਰੀ ਜਪਜੀ ਸਾਹਿਬ ਦੀ ਕਥਾ ਸੁਣਾਂਗੇ ਤੇ 1000 ਵਾਰ ਨਵੀਂ ਤੋਂ ਨਵੀਂ ਸਿੱਖਿਆ ਮਿਲੇਗੀ। ਹੁਣ ਧਿਆਨ ਦਿਓ, ਸ਼ਰਵਣ ਕਰਨ ਤੋਂ ਬਾਅਦ ਸਾਡੇ ਕੋਲ ਦੋ ਮਾਰਗ ਸ਼ੁਰੂ ਹੁੰਦੇ ਨੇ, ਇੱਕ ਵਿਚਾਰ ਕਰਨ ਦਾ ਤੇ ਇੱਕ ਮੰਨਣ ਦਾ। ਵੈਸੇ ਜਿਹਦੇ 'ਤੇ ਗੁਰੂ ਦੀ ਕਿਰਪਾ ਹੋਵੇ ਨਾ, ਮੰਨਣ ਵਾਲੇ ਤੇ ਪਾਸੇ ਉਹੀ ਜਾਂਦਾ ਹੈ। 99% ਲੋਕ ਵਿਚਾਰ ਨੂੰ ਸੁਣ ਕੇ ਸ਼ਰਵਣ ਕਰਕੇ ਵਿਚਾਰ ਦੇ ਤਲ 'ਤੇ ਚਲੇ ਜਾਂਦੇ ਨੇ। ਸੌਖਾ ਜਿਹਾ ਹੋਰ ਸਮਝ ਲਈਏ ਵੀ ਅਸੀਂ ਨੇ ਇੱਕ ਨਦੀ ਹੈ, ਇੱਕ ਦਰਿਆ ਹੈ। ਇੱਕ ਇਨਸਾਨ ਇੱਧਰਲੇ ਕਿਨਾਰੇ ਤੋਂ ਚੱਲ ਕੇ ਉੱਧਰਲੇ ਕਿਨਾਰੇ 'ਤੇ ਚਲਾ ਜਾਏ, ਉਸ ਦਰਿਆ ਦੇ, ਉਸ ਨਦੀ ਦੀ ਡੂੰਘਾਈ ਦਾ ਉਹਨੂੰ ਕੋਈ ਪਤਾ ਨਹੀਂ। ਉਹ ਆਉਣ ਜਾਣ ਕਦੇ ਉੱਧਰਲੇ ਕਿਨਾਰੇ 'ਤੇ ਗਿਆ, ਕਦੇ ਉੱਧਰਲੇ ਕਿਨਾਰੇ 'ਤੇ ਗਿਆ। ਇਹ ਹੈ ਸੁਣਨ ਤੋਂ ਬਾਅਦ ਵਿਚਾਰ ਵਾਲਾ ਪਾਸਾ। ਇੱਕ ਇਨਸਾਨ ਨਦੀ ਦੇ ਕੰਢੇ 'ਤੇ ਖੜ੍ਹਾ ਹੈ ਅਤੇ ਉਹ ਉਹਦੀ ਗਹਿਰਾਈ ਤੱਕ, ਦਰਿਆ ਦੀ ਗਹਿਰਾਈ ਤੱਕ ਚਲਾ ਜਾਏ ਅਤੇ ਉਹਨੂੰ ਪਤਾ ਇਹਦੇ ਅੰਦਰ ਕਿੰਨੀ ਗਹਿਰਾਈ, ਉਹ ਜਿਹੜਾ ਵਿਚਾਰ ਵਾਲਾ ਬੰਦਾ ਹੈ ਨਾ ਜੀ, ਵੀ ਜਿਹਨੇ ਗੁਰੂ ਦੀ ਗੱਲ ਸੁਣ ਕੇ ਆਪ ਤਾਂ ਮੰਨੀ ਨਹੀਂ, ਸਗੋਂ ਵਿਚਾਰ ਵਿੱਚ ਪੈ ਗਿਆ। ਅਤੇ ਜਿਹੜਾ ਵਿਚਾਰ ਵਿੱਚ ਪੈ ਗਿਆ, ਮੰਨ ਲਓ ਉਹਦਾ ਮਨ ਖੜਾ ਹੈ। ਅਤੇ ਮੰਨਣ ਦੀ ਇੱਕ ਅਵਸਥਾ ਹੈ ਜੀ। ਮੰਨਣ ਦੀ ਅਵਸਥਾ ਉੱਥੇ ਸ਼ੁਰੂ ਹੁੰਦੀ ਹੈ ਜਿੱਥੇ ਮਨ ਨਾ ਹੋਵੇ, ਭਾਵ ਜਿੱਥੇ ਸੰਕਲਪ ਵਿਕਲਪ ਝੋਰੇ ਝਮੇਲੇ ਪ੍ਰਸ਼ਨ ਉੱਤਰ ਸਭ ਕੁਝ ਖਤਮ ਹੋ ਜਾਵੇ, ਉਹਨੂੰ ਕਹਿੰਦੇ ਨੇ ਮੰਨਣ ਕਰਨਾ। ਜੇ ਅਜੇ ਵੀ ਸਾਡੇ ਮਨ ਵਿੱਚ ਪ੍ਰਸ਼ਨ ਖੜੇ ਨੇ, ਅਜੇ ਵੀ ਸਾਡੇ ਮਨ ਦੇ ਸੰਕਲਪ ਨਹੀਂ ਰੁਕੇ, ਤਾਂ ਇਹਦਾ ਮਤਲਬ ਅਸੀਂ ਮੰਨਣ ਦੀ ਅਵਸਥਾ 'ਤੇ ਨਹੀਂ ਪਹੁੰਚੇ। ਅਸੀਂ ਕਦੇ ਮੰਨਣ ਦੀ ਅਵਸਥਾ, ਕਿਉਂਕਿ ਮੰਨਣ ਦੀ ਅਵਸਥਾ ਦਾ ਭਾਵ ਇਹ ਹੈ ਵੀ ਜਿੱਥੇ ਮਨ ਨਾ ਹੋਵੇ, ਸੁਣ ਲਿਆ ਅਤੇ ਮਨ ਦੇ ਸੰਕਲਪ ਛੱਡ ਦਿੱਤੇ, ਗਹਿਰਾਈ ਤੱਕ ਚਲਾ ਗਿਆ। ਜਿਹੜਾ ਤੇ ਸੁਣ ਕੇ ਮੰਨਣ ਵਾਲੇ ਪਾਸੇ ਚਲਾ ਗਿਆ, ਮਾਨੋ ਉਹ ਤੇ ਗਹਿਰਾਈ ਦੇ ਵਿੱਚ ਉਤਰ ਗਿਆ। ਉਹ ਤੇ ਮਨ ਦੇ ਸੰਕਲਪ, ਮਨ ਦੀਆਂ ਚਿੰਤਾਵਾਂ, ਮਨ ਦੇ ਝੋਰੇ ਸਭ ਕੁਝ ਛੱਡ ਗਿਆ। ਇੱਕ ਆਪਾਂ ਆਮ ਹੀ ਸੁਣਦੇ ਹਾਂ ਵੀ ਜਿਹੜੇ ਰੱਬ ਦੇ ਪਿਆਰੇ ਹੁੰਦੇ ਨੇ ਨਾ ਜੀ, ਉਹ ਬਹੁਤਾ ਬੋਲਦੇ ਨਹੀਂ, ਘੱਟ ਖਾਂਦੇ ਨੇ, ਘੱਟ ਸੌਂਦੇ ਨੇ, ਕਿਸੇ ਨਾਲ ਬਹੁਤੀ ਗੱਲ ਨਹੀਂ ਕਰਦੇ। ਉਹ ਕਿਉਂ ਨਹੀਂ ਕਰਦੇ? ਕਿਉਂਕਿ ਅਸਲ ਵਿੱਚ ਉਹ ਮਨ ਦੀ ਅਵਸਥਾ, ਮਨ ਦੇ ਤਲ ਤੋਂ ਪਰੇ ਹੋ ਜਾਂਦੇ ਨੇ। ਮਨ ਕੀ ਹੈ? ਵੇਦ ਨੇ ਮਨ ਦੇ ਵਿੱਚ 3 ਤਰੀਕਿਆਂ ਦੇ ਨਾਲ ਕਿਹਾ ਕਿ ਮਨ ਜਿਹੜਾ ਨਾ, ਮਨ ਕਿੱਥੋਂ ਸ਼ੁਰੂ ਹੁੰਦਾ, ਮਨ ਕੀ ਹੁੰਦਾ? ਸੁਣੋ। ਫੁਰਨਾ ਬਣ ਗਿਆ, ਉਹ ਢਾਹ ਲਿਆ। ਅਗਲਾ ਬਣ ਗਿਆ, ਉਹ ਢਾਹ ਲਿਆ। ਵੀ ਇੱਦਾਂ ਨਹੀਂ, ਇੱਦਾਂ ਹੋਣਾ, ਆਹ ਨਹੀਂ, ਆਹ ਹੋਣਾ, ਉਹਨੂੰ ਕਹਿੰਦੇ ਨੇ ਮਨ।
ਸੰਕਲਪ ਵਿਕਲਪਾਂ ਨੂੰ ਨਿਯੁਕਤ ਕਰ ਲੈਣਾ ਉਹਨੂੰ ਕਹਿੰਦੇ ਨੇ ਮਨ। ਤੇ ਜਿਹੜਾ ਸ਼ਰਵਣ ਕਰਕੇ ਸੰਕਲਪਾਂ ਵਿਕਲਪਾਂ ਤੋਂ ਪਰੇ ਹੋ ਗਿਆ, ਪ੍ਰਸ਼ਨਾਂ ਸਵਾਲਾਂ ਤੋਂ ਪਰੇ ਹੋ ਗਿਆ, ਉਹ ਤੇ ਮੰਨਣ ਵਾਲੇ ਪਾਸੇ ਚਲਾ ਗਿਆ। ਤੇ ਜਿਹਦੇ ਅੰਦਰ ਸੁਣ ਕੇ ਸਵਾਲ ਕਰਨ ਦੀ ਵਿਧੀ ਆ ਜਾਏ, ਵਿਚਾਰ ਕਰਨ ਦੀ ਤਰਤੀਬ ਆ ਜਾਏ, ਵਿਚਾਰ ਕਰਨ ਲਈ ਉਹਦਾ ਮਨ ਫੁਰਨੇ ਬਣਾਈ ਜਾਂਦਾ ਵੀ ਅੱਜ ਮੈਂ ਆਹ ਸੁਣਿਆ, ਤਾਂ ਇਹਦਾ ਮਤਲਬ ਉਹ ਮੰਨਣ ਤੋਂ ਪਰੇ ਹੈ, ਕਿਨਾਰੇ ਤੋਂ ਦੂਸਰੇ ਕਿਨਾਰੇ ਤੱਕ ਤੇ ਚਲਾ ਗਿਆ, ਲੇਕਿਨ ਗਹਿਰਾਈ ਤੱਕ ਨਹੀਂ ਗਿਆ। ਇਸ ਕਰਕੇ ਮੰਨਣ ਇੱਕ ਅਵਸਥਾ ਹੈ। ਜਿਹੜੇ ਇਹ ਦੋ ਪਿੱਛੇ ਨੰਨੇ ਅਕਸ਼ਰ ਆਉਂਦੇ ਆ ਨਾ, ਨੰਨਾ ਤੇ ਨਾਣਾ, ਨਾਣੇ ਦੀ ਵੀ ਆਵਾਜ਼ ਉਹੀ ਹੈ। ਤੇ ਪਿਛਲੇ ਨਾਣੇ ਅਕਸ਼ਰ ਦਾ ਮਤਲਬ ਹੈ ਨਾ ਮਨ। ਜਿੱਥੇ ਮਨ ਨਾ ਹੋਵੇ, ਮਨ ਨਾ ਹੋਵੇ ਦਾ ਭਾਵ ਮਤਲਬ ਕੀ ਹੈ ਵੀ ਜਿੱਥੇ ਸਾਡੇ ਮਨ ਦੇ ਵਿੱਚ ਸੰਕਲਪ ਵਿਕਲਪ ਨਾ ਪੈਦਾ ਹੋਣ, ਉਹਨੂੰ ਕਹਿੰਦੇ ਨੇ ਮੰਨਣ ਦੀ ਅਵਸਥਾ। ਤੇ ਇੱਕ ਹੋਰ ਗੱਲ ਚੇਤੇ ਆ ਗਈ, ਸ਼ਾਸਤਰ ਦੇ ਵਿੱਚ ਮੰਨਣ ਦੀਆਂ 3 ਵਿਧੀਆਂ ਨੇ ਜੀ, 3 ਕਿਰਿਆਵਾਂ ਨੇ। ਕੀ ਮੰਨਣ ਕੀ ਹੁੰਦਾ ਸੁਣੋ। ਇੱਕ ਮੰਨਣ ਉਹ ਹੁੰਦਾ ਜਿਹਨੂੰ ਦ੍ਰਿਸ਼ਟਮਾਨ ਕਹਿੰਦੇ ਨੇ। ਦ੍ਰਿਸ਼ਟ ਦੇਖਣ ਵਿੱਚ, ਮੰਨ ਲਓ ਅਸੀਂ ਸੂਰਜ ਵੇਖਿਆ, ਆਪਾਂ ਕਿਸੇ ਨੂੰ ਕਹਿਤਾ ਵੀ ਭਾਈ ਸੂਰਜ ਹੈ, ਉਹ ਸਾਰਿਆਂ ਨੂੰ ਦਿਸਦਾ ਹੈ, ਇਹਦੇ ਵਿੱਚ ਕੋਈ ਸ਼ੱਕ ਹੀ ਨਹੀਂ ਹੈ, ਤੇ ਲੋਕੀ ਕਹਿਣਗੇ ਹਾਂ ਬਈ ਸੂਰਜ ਹੈ, ਮੰਨ ਲਿਆ। ਇੱਕ ਤੇ ਦਿਸਣ ਵਾਲਾ ਮਨ ਹੈ। ਇੱਕ ਹੁੰਦਾ ਜੀ ਸੰਸਕਾਰੀ ਦਿੱਤਾ। ਸੰਸਕਾਰ ਜ਼ਿਆਦਾਤਰ ਸਮਾਜ ਦੇ ਵਿੱਚ ਇਹ ਮੰਨਣ ਵੀ ਬਹੁਤ ਚੱਲ ਰਿਹਾ ਹੈ। ਮੰਨ ਲਓ ਅੱਜ ਤੋਂ 5-7 ਪੀੜ੍ਹੀਆਂ ਪਹਿਲਾਂ ਸਾਡਾ ਕੋਈ ਬਜ਼ੁਰਗ ਹੁੰਦਾ ਹੈ, ਅਤੇ ਲੋਕ ਉਹ ਆਪਣੇ ਖੇਤਾਂ 'ਚ ਜਾਂ ਕਿਤੇ ਆਪਣੇ ਘਰਾਂ 'ਚ ਉਹਦਾ ਕੋਈ ਬਣਾ ਲੈਂਦੇ ਨੇ ਵੀ ਆਹ ਜੀ ਸਾਡੇ ਆਹ ਰੀਤ ਚੱਲਦੀ ਆ ਰਹੀ ਹੈ, ਇੱਥੇ ਅਸੀਂ ਲੱਸੀ ਪਾਉਂਦੇ ਹਾਂ, ਆਹ ਸਾਡੇ ਵੱਡ ਵਡੇਰੇ ਨੇ, ਇਹ ਸੰਸਕਾਰ ਚੱਲਦੇ ਆ ਰਹੇ ਨੇ। ਉਹ ਬੱਚਿਆਂ ਨੂੰ ਪਤਾ ਹੁੰਦਾ ਨਹੀਂ ਵੀ ਹੋਇਆ ਜਾਂ ਨਹੀਂ ਹੋਇਆ, ਕੋਈ ਮਤਲਬ ਨਹੀਂ, ਪਰ ਸੰਸਕਾਰ ਚੱਲਦੇ ਆ ਰਹੇ ਨੇ। ਘਰ ਦੇ ਜਿੱਦਾਂ ਕਹਿੰਦੇ ਨੇ ਬਸ ਉਹ ਸੰਸਕਾਰੀ ਮੰਨਣ ਜਿਹੜਾ ਉਹ ਚੱਲਦਾ ਆ ਰਿਹਾ। ਲੇਕਿਨ ਗੁਰਮਤ ਵਿੱਚ ਨਹੀਂ ਹੈ ਇਹ। ਇੱਕ ਗੱਲ ਧਿਆਨ ਰੱਖਿਓ ਜੀ, ਜਿਹੜਾ ਸਿੱਖ ਹੈ ਨਾ ਭਾਈ, ਉਹ ਸਦੀਆਂ ਪੁਰਾਣੀਆਂ ਰੀਤਾਂ ਦਾ ਮੁਥਾਜ ਨਹੀਂ ਹੈ, ਉਹ ਸੰਸਕਾਰੀ ਰੀਤਾਂ ਦਾ ਮੁਥਾਜ ਨਹੀਂ ਹੈ। ਕਿਉਂ? ਆਪਾਂ ਨਾ ਇੱਕ ਅੱਜ ਕੱਲ੍ਹ ਇੱਕ ਆਮ ਜੀ ਗੱਲ ਸੁਭਾਵਿਕ ਕਹਿ ਦਿੰਦੇ ਹਾਂ। ਲੋਕੀ ਕਹਿਣਗੇ ਜੀ ਅੱਜ ਸਿੱਖ ਕੌਮ ਕੋਲ ਚੰਗਾ ਆਗੂ ਨਹੀਂ ਹੈ। ਕਿਉਂ ਨਹੀਂ ਆਗੂ? ਸਾਡੇ ਕੋਲ ਆਗੂ ਕੱਲੀ ਸਿੱਖ ਕੌਮ ਦਾ ਨਹੀਂ, ਪੂਰੇ ਵਰਲਡ ਦਾ ਆਗੂ ਹੈ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ। ਬਾਣੀ ਅਸੀਂ ਮੰਨਣ ਲਈ ਤਿਆਰ ਨਹੀਂ, ਤੇ ਅਸੀਂ ਉਹ ਭਾਈ ਸਾਹਿਬ ਭਾਈ ਗੁਰਦਾਸ ਜੀ ਵਾਲੀ ਗੱਲ ਹੋ ਗਈ ਕਿ ਸੱਚਾ ਸਾਹਿਬ ਛੱਡ ਕੇ ਮਨਮੁਖ ਹੋਏ ਬੰਦੇ ਦਾ ਬੰਦਾ। ਅਸੀਂ ਬੰਦਿਆਂ ਨੂੰ ਆਗੂ ਬਣਾਉਂਦੇ ਫਿਰਦੇ ਹਾਂ, ਤੇ ਜੇ ਬੰਦਿਆਂ ਨੂੰ ਆਗੂ ਬਣਾਓਗੇ ਤੇ ਤੁਹਾਡਾ ਭਲਾ ਕਦੇ ਵੀ ਨਹੀਂ ਹੋਏਗਾ। ਤੇ ਆਗੂ ਨੇ ਸਾਡੇ ਗੁਰੂ ਗ੍ਰੰਥ ਸਾਹਿਬ, ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ। ਔਰ ਜਿਹੜਾ ਗੁਰੂ ਗ੍ਰੰਥ ਸਾਹਿਬ ਜੀ ਦੀ ਸਿੱਖਿਆ ਨੂੰ ਸਵੀਕਾਰ ਕਰਦਾ ਉਹ ਸਿੱਖ ਹੈ, ਤੇ ਜਿਹੜਾ ਗੁਰੂ ਗ੍ਰੰਥ ਸਾਹਿਬ ਜੀ ਦੀ ਸਿੱਖਿਆ ਤੋਂ ਮੁਨਕਰ ਹੈ ਉਹ ਭਾਵੇਂ ਲਿਬਾਸ ਇੱਕ ਨਹੀਂ ਭਾਵੇਂ 2 ਪਾ ਲਏ 3 ਪਾ ਲਏ, ਉਹ ਸਿੱਖ ਨਹੀਂ ਹੋ ਸਕਦਾ। ਆਸਾ ਜੀ ਦੀ ਵਾਰ ਦੇ ਵਿੱਚ ਇੱਕ ਗੱਲ ਆਉਂਦੀ ਹੈ, ਸਿੱਖੀ ਸਿੱਖਿਆ ਗੁਰ ਵਿਚਾਰ। ਸਿੱਖ ਉਹ ਹੈ ਜਿਹੜਾ ਗੁਰੂ ਦੀ ਸਿੱਖਿਆ ਨੂੰ ਸਿੱਖ ਲਵੇ। ਹੁਣ ਗੱਲ ਚੱਲੀ ਹੈ ਵੀ ਸੰਸਕਾਰੀ ਮੰਨਣ। ਹੁਣ ਸਾਡੇ ਸਿੱਖ ਸਮਾਜ ਦੇ ਵਿੱਚ ਵੀ ਆਪਾਂ ਕਹਿੰਦੇ ਵੀ ਆਹ ਸਾਡੇ ਪੁਰਖੇ ਕਰਦੇ ਹੁੰਦੇ ਸੀ, ਇਹ ਤਾਂ ਸਾਨੂੰ ਕਰਨਾ ਪੈਣਾ ਹੈ। ਤੇ ਜਨੇਊ ਤਾਂ ਗੁਰੂ ਨਾਨਕ ਦੇਵ ਸਾਹਿਬ ਦੇ ਪੁਰਖੇ ਵੀ ਪਾਉਂਦੇ ਸਨ। ਮਹਿਤਾ ਕਲਿਆਣ ਰਾਏ ਜੀ ਦੇ ਜਨੇਊ ਪਾਇਆ ਸੀ, ਗੁਰੂ ਨਾਨਕ ਦੇਵ ਸਾਹਿਬ ਜੀ ਦੇ ਦਾਦਾ ਜੀ ਦੇ ਜਨੇਊ ਪਾਇਆ ਸੀ, ਗੁਰੂ ਨਾਨਕ ਦੇਵ ਸਾਹਿਬ ਜੀ ਦੇ ਪੜਦਾਦਾ ਜੀ ਦੇ ਜਨੇਊ ਪਾਇਆ ਸੀ। ਪਰ ਗੁਰੂ ਨਾਨਕ ਦੇਵ ਸਾਹਿਬ ਜੀ ਕਿਉਂ ਕਹਿੰਦੇ ਨੇ ਮੈਂ ਜਨੇਊ ਨਹੀਂ ਪਾਣਾ? ਇਹਦਾ ਮਤਲਬ ਅਸੀਂ ਸੰਸਕਾਰੀ ਮੰਨਣ ਤੋਂ ਪਰੇ ਹਾਂ। ਤੇ
ਹੁਣ ਆਪਾਂ ਵੀ ਸੋਚ ਲਿਓ ਸੁਣਨ ਵਾਲਿਓ, ਹੋ ਸਕਦਾ ਕਈਆਂ ਨੂੰ ਗੁੱਸਾ ਗਿਲਾ ਲੱਗੇ। ਸਾਡੇ ਵਿੱਚ ਵੀ ਇਹ ਰੀਤਾਂ ਚੱਲਦੀਆਂ ਆ ਰਹੀਆਂ, ਸਿੱਖ ਪਰਿਵਾਰਾਂ ਦੇ ਵਿੱਚ ਵੀ ਸਾਡੇ ਵੱਡੇ ਆਹ ਕਰਦੇ ਹੁੰਦੇ ਸੀ ਅਤੇ ਸਾਨੂੰ ਕਰਨਾ ਪੈਣਾ ਹੈ। ਇੱਕ ਪਾਸੇ ਅਸੀਂ ਦਾਅਵੇ ਨਾਲ ਕਹਿੰਦੇ ਕਿ ਅਸੀਂ ਗੁਰੂ ਦੇ ਸਿੱਖ, ਅਤੇ ਗੁਰੂ ਦੀ ਸਿੱਖਿਆ ਨੂੰ ਆਪੋ ਆਪਣੇ ਮਨਾਂ ਵਿੱਚ ਹੀ ਵਿਚਾਰ ਕੇ ਵੇਖ ਲਓ ਕਿ ਅਸੀਂ ਕਿੰਨਾ ਕੁ ਮੰਨਦੇ ਹਾਂ। ਜੇ ਤਾਂ ਗੁਰੂ ਦੀ ਸਿੱਖਿਆ ਨੂੰ ਅਸੀਂ ਆਪਣੇ ਮਨਾਂ ਵਿੱਚ ਮੰਨ ਰਹੇ ਹਾਂ, ਚਲੋ ਦੁਨੀਆ ਦੇ ਸਾਹਮਣੇ ਆਪਾਂ ਕਹਿ ਸਕਦੇ ਹਾਂ ਵੀ ਮੈਂ ਸਿੱਖ ਹਾਂ, ਫਿਰ ਗੁਰੂ ਕੋਲੇ ਕਿਹੜਾ ਮੂੰਹ ਲੈ ਕੇ ਕਹੇਗਾ ਕਿ ਮੈਂ ਸਿੱਖ ਹਾਂ, ਕਿਉਂਕਿ ਬਾਹਰ ਜਾ ਕੇ ਤੂੰ ਫਿਰ ਉਹੀ ਚੁਗਲੀ ਨਿੰਦਿਆ ਕਰਨੀ ਹੈ ਅਤੇ ਗੁਰੂ ਕਹਿੰਦਾ ਨਹੀਂ ਕਰਨੀ। ਫਿਰ ਗੁਰੂ ਕੋਲੇ ਕਿਹੜਾ ਮੂੰਹ ਲੈ ਕੇ ਖੜੇਗਾ? ਸਾਡਾ ਗੁਰੂ ਕੋਈ ਪੱਥਰ ਥੋੜ੍ਹਾ ਹੈ ਵੀ ਚਲੋ ਜੀ ਆਏ, ਕੋਈ ਫੁੱਲ ਚੜ੍ਹਾ ਕੇ ਮੁੜ ਗਿਆ, ਕੋਈ ਲੱਡੂ ਚੜ੍ਹਾ ਕੇ ਮੁੜ ਗਿਆ, ਕੋਈ ਪਤਾਸੇ ਚੜ੍ਹਾ ਕੇ ਮੁੜ ਗਿਆ। ਇਹ ਤਾਂ ਹਾਜ਼ਰ ਨਾਜ਼ਰ ਬੈਠਾ। ਕਿਆ ਮੋਹ ਲੈ ਕੀਚੈ ਅਰਦਾਸ, ਪਾਪ ਪੁੰਨ ਦੋਏ ਸਾਖੀ ਪਾਸ। ਜਦੋਂ ਤੂੰ ਗੁਰੂ ਕੋਲ ਆਉਂਦਾ ਹੈ ਨਾ, ਤੇਰੇ ਨਾਲੋਂ ਪਹਿਲਾਂ ਤੇਰੇ ਕੀਤੇ ਹੋਏ ਪਾਪ ਅਤੇ ਪੁੰਨ ਗੁਰੂ ਕੋਲੇ ਸਾਹਮਣੇ ਖੜੇ ਹੁੰਦੇ ਹਨ। ਇਹ ਧਿਆਨ ਰੱਖਿਓ ਭਾਈ, ਜਦੋਂ ਆਪਾਂ ਗੁਰੂ ਸਾਹਿਬ ਦੇ ਚਰਨਾਂ 'ਚ ਆਉਂਦੇ ਹਾਂ ਨਾ, ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਚਰਨਾਂ 'ਚ ਆ ਬਾਹਰ ਜਿਹੜਾ ਕੁਝ ਕਰਕੇ ਆਉਂਦੇ ਹਾਂ ਅਤੇ ਸਾਡੇ ਨਾਲੋਂ ਪਹਿਲਾਂ ਉਹ ਇੱਥੇ ਪਹੁੰਚ ਜਾਂਦੇ ਹਨ। ਕਿਆ ਮੋਹ ਲੈ ਕੀਚੈ ਅਰਦਾਸ, ਪਾਪ ਪੁੰਨ ਦੋਏ ਸਾਖੀ ਪਾਸ। ਹੁਣ ਧਿਆਨ ਦਿਓ, ਮੰਨਣ ਸੰਸਕਾਰੀ ਨੇ। ਸੰਸਕਾਰੀ ਮੰਨਣ ਹੈ ਵੀ ਸਾਡੇ ਪਰਿਵਾਰ ਵਿੱਚ ਸਾਡੇ ਪੜਦਾਦੇ, ਸਾਡੇ ਦਾਦੇ ਆਹ ਕੁਝ ਕਰਦੇ ਹੁੰਦੇ ਸੀ, ਸਾਨੂੰ ਤਾਂ ਨਹੀਂ ਪਤਾ ਵੀ ਹੈ ਕੀ, ਪਰ ਸਾਨੂੰ ਕਰਨਾ ਪੈਣਾ ਹੈ। ਇਹਨੂੰ ਕਹਿੰਦੇ ਨੇ ਸੰਸਕਾਰੀ ਮੰਨਣ। ਅਤੇ ਜਿਹੜਾ ਤੀਜਾ ਹੈ ਨਾ ਮੰਨਣ, ਤਿੰਨ ਇਹ ਸ਼ਾਸਤਰ ਦੇ ਵਿੱਚ ਤਿੰਨ ਕਿਰਿਆ ਦੱਸੀਆਂ ਨੇ ਜੀ ਮੰਨਣ ਦੀਆਂ। ਵੈਸੇ ਸਿੱਖ ਨਾ ਅੱਜ ਦਾ ਜਿਹੜਾ ਸਿੱਖ ਹੈ, ਇਹ ਹਕੀਕਤ ਹੈ ਕਿ ਅੱਜ ਦਾ ਸਿੱਖ ਸਿਰਫ ਸਹਿਜ ਪਾਠ, ਅਖੰਡ ਪਾਠ, ਸੁਖਮਨੀ ਸਾਹਿਬ ਦੇ ਪਾਠ ਕਰਾਉਣ ਤੱਕ ਸੀਮਿਤ ਰਹਿ ਗਿਆ। ਗੁਰਬਾਣੀ ਦੀ ਵਿਚਾਰ ਸਾਡੇ ਪੱਲੇ ਬਹੁਤ ਘੱਟ ਹੈ। ਜੇ ਕਿਤੇ ਅੱਜ ਜਿਵੇਂ ਆਪਾਂ ਗੁਰਬਾਣੀ ਦੇ ਨੇੜੇ ਸਿੱਖ ਹਾਂ, ਸਾਡੇ ਕੋਲ ਆਜ਼ਾਦੀ ਹੈ, ਜਿੱਥੇ ਮਰਜ਼ੀ ਅਸੀਂ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਕਰ ਸਕਦੇ ਹਾਂ, ਆਪਣੇ ਘਰ 'ਚ ਕਰ ਸਕਦੇ ਹਾਂ, ਜਾਂ ਸਾਨੂੰ ਨੇੜੇ ਗੁਰੂ ਘਰਾਂ ਦਾ ਪ੍ਰਬੰਧ ਹੋ ਗਿਆ। ਪਹਿਲਾਂ ਵਾਲੇ ਸਿੱਖ ਸਨ ਜਿਹੜੇ ਜੰਗਲਾਂ 'ਚ ਰਹਿੰਦੇ ਸੀ, ਕਦੇ 2-4 ਮਹੀਨਿਆਂ ਬਾਅਦ ਗੁਰੂ ਗ੍ਰੰਥ ਸਾਹਿਬ ਜੀ ਦੇ ਚਰਨਾਂ 'ਚ ਆਉਣ ਦਾ ਸਮਾਂ ਮਿਲਦਾ ਸੀ। ਸਿੱਖਾਂ ਨੂੰ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਦੀਦਾਰ ਕਰਨ ਵਾਸਤੇ ਆਪਣਾ ਸਿਰ ਦੇਣਾ ਪੈਂਦਾ ਸੀ। ਸਿੱਖਾਂ ਨੂੰ ਗੁਰਬਾਣੀ ਪੜ੍ਹਨ ਸੁਣਨ ਵਾਸਤੇ ਆਪਣਾ ਸਿਰ ਦੇਣਾ ਪੈਂਦਾ ਸੀ। ਅੱਜ ਦਾ ਤੁਸੀਂ ਇਤਿਹਾਸ ਜੇ ਪੜ੍ਹ ਲਓਗੇ ਨਾ ਜੀ, ਕੁਪਰਹੀੜੇ ਦੀ ਧਰਤੀ ਹੈ ਮਲੇਰਕੋਟਲੇ ਦੇ ਕੋਲ, ਉਹਨੂੰ ਆਪਾਂ ਘੱਲੂਘਾਰੇ ਦੇ ਨਾਮ ਨਾਲ ਇਤਿਹਾਸ ਨੂੰ ਯਾਦ ਕਰਦੇ ਹਾਂ। 25,000 ਸਿੱਖ ਵੱਢਿਆ ਗਿਆ ਅੱਜ ਵਾਲੇ ਦਿਨ, ਇਕੱਠਾ 25,000 ਇੱਕੋ ਥਾਂ 'ਤੇ। ਅਤੇ ਉਹਨਾਂ ਦਾ ਕਸੂਰ ਕੀ ਸੀ ਕਿ ਉਹ ਬਸ ਸਿੱਖ ਸਨ, ਸੱਚ ਦੇ ਉਪਾਸਕ ਸੀ, ਬਾਣੀ ਪੜ੍ਹਦੇ ਸਨ, ਅਤੇ ਇਸ ਸੱਚ ਤੋਂ ਜਿਨ੍ਹਾਂ ਨੂੰ ਤਕਲੀਫ ਸੀ ਅਤੇ ਉਹਨਾਂ ਨੇ ਫਿਰ ਇੱਕ ਦਿਨ ਦੇ ਵਿੱਚ ਸੱਚ ਨੂੰ ਖਤਮ ਕਰਨਾ ਚਾਹਿਆ। 25,000 ਸਿੱਖ ਮਲੇਰਕੋਟਲੇ ਕੋ, ਉੱਥੇ ਯਾਦਗਾਰ ਵੀ ਬਣੀ ਹੈ ਭਾਈ, ਤੁਸੀਂ ਜਾ ਸਕਦੇ ਹੋ, ਦਰਸ਼ਨ ਕਰਿਆ ਕਰੋ, ਆਪਣੇ ਬੱਚਿਆਂ ਨੂੰ ਕਰਵਾਇਆ ਕਰੋ ਉਹਨਾਂ ਸਥਾਨਾਂ ਦੇ ਦਰਸ਼ਨ। ਅਤੇ ਉੱਥੇ 25,000 ਸਿੱਖ ਇੱਕੋ ਥਾਂ 'ਤੇ ਇੱਕੇ ਦਿਨ 25,000 ਸਿੱਖ ਦਾ ਸੀਸ ਸੀ ਜਿਹੜਾ ਅਲੱਗ ਕੀਤਾ ਗਿਆ। ਉਦੋਂ ਸਾਡੀ ਗਿਣਤੀ ਬਹੁਤ ਥੋੜ੍ਹੀ ਸੀ ਜੀ, ਸਾਡੀ ਉਦੋਂ ਗਿਣਤੀ ਬਹੁਤ ਥੋੜ੍ਹੀ ਸੀ। ਅਤੇ ਜਦੋਂ ਇਹ ਹੋਇਆ ਨਾ ਵੀ 25,000 ਸਿੱਖ ਮਾਰ ਦਿੱਤਾ ਗਿਆ, ਕਤਲ ਕਰ ਦਿੱਤਾ ਗਿਆ, ਅਤੇ ਉਦੋਂ ਬਸ ਇਹ ਸੀ ਵੀ ਬਸ ਹੁਣ ਸਿੱਖ ਖਤਮ ਹੋ ਗਏ। ਖੈਰ, ਹੁਣ ਇਹ ਜਿਹੜਾ ਅੱਜ ਦਾ ਸਿੱਖ ਹੈ ਉਹ ਮੰਨਣ ਵਾਲੀਆਂ ਰੀਤਾਂ ਦਾ ਮੁਤਾਜ ਨਹੀਂ ਹੈ ਭਾਈ। ਆਪਾਂ ਜੇ ਗੁਰੂ ਨਾਨਕ ਦੇ ਸਿੱਖ ਸਮਝਦੇ ਹਾਂ ਨਾ, ਇਹ ਨਾ ਸੋਚਿਆ ਕਰੋ ਵੀ ਸਾਡੇ ਦਾਦੇ ਪੜਦਾਦੇ ਆਹ ਕਰਦੇ ਸੀ, ਅਸੀਂ ਆਹ ਕਰਨਾ ਹੈ। ਸਿਰਫ ਉਹ ਕਰਨਾ ਹੈ ਜੋ ਸਾਨੂੰ ਗੁਰੂ ਗ੍ਰੰਥ ਸਾਹਿਬ ਜੀ ਕਹਿੰਦੇ ਨੇ। ਇਹ ਧਿਆਨ ਨਾਲ ਸੁਣ ਲਿਓ ਵੀ ਸਿੱਖ ਨੇ ਉਹ ਕਰਨਾ ਹੈ ਜੋ ਸਾਨੂੰ ਗੁਰੂ ਗ੍ਰੰਥ ਸਾਹਿਬ ਕਹਿੰਦੇ ਨੇ। ਔਰ ਜੇ ਕੋਈ ਕਹੇ ਵੀ ਆਹ ਤਾਂ ਸਾਡੇ ਦਾਦੇ ਪੜਦਾਦੇ ਕਹਿੰਦੇ ਸੀ, ਤੇਰੇ ਦਾਦੇ ਪੜਦਾਦੇ ਨਾਲ ਕੋਈ ਮਤਲਬ ਨਹੀਂ, ਤੇਰਾ ਸੰਬੰਧ ਗੁਰੂ ਗ੍ਰੰਥ ਸਾਹਿਬ ਨਾਲ ਹੈ।
ਹੁਣ ਆਪਾਂ ਪਹਿਲਾਂ ਵਿਚਾਰ ਹੀ ਚੁੱਕੇ ਹਾਂ ਵੀ ਜਨੇਊ ਤਾਂ ਗੁਰੂ ਨਾਨਕ ਦੇਵ ਸਾਹਿਬ ਦੇ ਦਾਦੇ ਪੜਦਾਦੇ ਵੀ ਪਾਉਂਦੇ ਸਨ। ਜਿਹੜੀਆਂ ਪੁਰਾਤਨ ਰੀਤ ਰਿਵਾਜ਼ਾਂ ਸਨ ਮਹਿਤਾ ਕਲਿਆਣ ਰਾਏ ਜੀ ਕਰਦੇ ਸੀ। ਉਹਨਾਂ ਨੇ ਦੇਖੋ ਜਦੋਂ ਗੁਰੂ ਨਾਨਕ ਦੇਵ ਸਾਹਿਬ ਦਾ ਜਨਮ ਹੋਇਆ, ਮਹਿਤਾ ਕਲਿਆਣ ਰਾਏ ਜੀ ਨੇ ਗੁਰੂ ਨਾਨਕ ਦੇਵ ਸਾਹਿਬ ਦੀ ਜਨਮ ਕੁੰਡਲੀ ਬਣਵਾਈ। ਮਤਲਬ ਉਹ ਪਹਿਲਾਂ ਵਾਲੀਆਂ ਰੀਤਾਂ ਬਣਾ ਰਹੇ ਸਨ, ਜਨਮ ਕੁੰਡਲੀ ਬਣਾਈ, ਪਰ ਗੁਰੂ ਨਾਨਕ ਦੇਵ ਸਾਹਿਬ ਨੇ ਨਹੀਂ ਬਣਾਈ। ਮਹਿਤਾ ਕਲਿਆਣ ਰਾਏ ਨੇ ਬਣਵਾ ਦਿੱਤੀ। ਜਿੱਦਣ ਗੁਰੂ ਨਾਨਕ ਦੇ ਘਰ ਪੁੱਤਰ ਪੈਦਾ ਹੋਏ, ਗੁਰੂ ਨਾਨਕ ਦੇਵ ਸਾਹਿਬ ਨੇ ਨਹੀਂ ਜਨਮ ਕੁੰਡਲੀ ਬਣਵਾਈ। ਉਹ ਕਹਿੰਦੇ ਨਹੀਂ, ਮੈਂ ਸਦੀਆਂ ਪੁਰਾਣੀਆਂ ਰੀਤਾਂ ਦਾ ਮੁਹਤਾਜ ਨਹੀਂ ਹਾਂ, ਚੱਲੀ ਜਾਣ ਸੰਸਕਾਰੀ ਰੀਤਾਂ, ਸਾਨੂੰ ਕੀ। ਅਸਲ ਵਿੱਚ ਜਿਹੜੀ ਹੁਣ ਤੀਜੀ ਮੰਨਣ ਦੀ ਅਵਸਥਾ ਹੈ ਨਾ ਜੀ, ਉਹ ਹੈ ਆਦ੍ਰਿਸ਼ਟ। ਨਾ ਦਿਸੇ ਜਾਣ ਵਾਲੇ ਨੂੰ ਮੰਨਣਾ ਇਹ ਸਭ ਤੋਂ ਔਖਾ ਹੈ ਜੀ। ਪਰਮੇਸ਼ਰ ਨੂੰ ਆਪਾਂ ਕਿਉਂ ਨਹੀਂ ਮੰਨਦੇ? ਕਿਉਂਕਿ ਉਹ ਦਿਸਦਾ ਨਹੀਂ ਹੈ। ਮੰਨਣ ਦਾ ਵੀ ਇੱਕ ਭਾਵ ਹੁੰਦਾ, ਕਿਤੇ ਕਹਿੰਦਾ ਵੀ ਮੈਂ ਫਲਾਣੇ ਬਾਬੇ ਨੂੰ ਮੰਨਦਾ, ਉਹਦੀ ਜੋਤ ਬੱਤੀ ਲਾਉਣਾ, ਉਹ ਮੰਨਣ ਦੀ ਗੱਲ ਨਹੀਂ ਚੱਲ ਰਹੀ ਭਾਈ ਇੱਥੇ। ਆਮ ਹੀ ਆਪਾਂ ਕਹਿੰਦੇ ਮੈਂ ਤਾਂ ਜੀ ਗੁਰੂ ਘਰ ਨੂੰ ਹੀ ਮੰਨਦਾ, ਉਹ ਮੰਨਣ ਦੀ ਗੱਲ ਨਹੀਂ ਚੱਲ ਰਹੀ। ਉਹ ਮੰਨਣ ਦਾ ਕੀ, ਉਹ ਤਾਂ ਸਾਡੇ ਤਨ ਨਾਲ ਸੰਬੰਧ ਹੈ। ਮੰਨਣ ਦਾ ਅਰਥ ਮੈਂ ਪਹਿਲਾਂ ਕੀਤਾ ਹੈ ਕਿ ਜਿੱਥੇ ਮਨ ਦੇ ਸੰਕਲਪ ਵਿਕਲਪ ਖਤਮ ਹੋ ਜਾਣ, ਜਿੱਥੇ ਸਿਰਫ ਇੱਕ ਦੀ ਗੱਲ ਹੋਵੇ, ਉਹਨੂੰ ਕਹਿੰਦੇ ਨੇ ਮੰਨਣ। ਜੇ ਆਪਾਂ ਕਹਿੰਦੇ ਨੇ ਵੀ ਮੈਂ ਗੁਰੂ ਘਰ ਨੂੰ ਮੰਨਦਾ, ਤੇ ਡੋਲੂ ਦਾ ਲੱਸੀ ਦਾ ਤੇ ਕਿਤੇ ਹੋਰ ਵੀ ਚੱਕੀ ਫਿਰਦਾ ਹੁੰਦਾ, ਤੇ ਮੰਨਣ ਦਾ ਸੁਆਹ ਕੀ? ਇਹ ਮੰਨਣ ਦਾ ਕੀ ਫਾਇਦਾ? ਮੰਨਣ ਦਾ ਮਤਲਬ ਹੈ ਜੇ ਤੂੰ ਗੁਰੂ ਨੂੰ ਮੰਨਦਾ ਹੈ ਤਾਂ ਫਿਰ ਜੋ ਗੁਰ ਕਹਿ ਸੋਈ ਭਲ ਮਾਨੋ, ਹਰ ਹਰ ਕਥਾ ਨਿਰਾਲੀ। ਆਹ ਮੰਨਣ ਹੁੰਦਾ ਹੈ, ਆਹ ਮੰਨਣ ਹੁੰਦਾ ਹੈ ਕਿ ਜੋ ਗੁਰ ਕਹਿ ਸੋਈ ਭਲ ਮਾਨੋ, ਹਰ ਹਰ ਕਥਾ ਨਿਰਾਲੀ। ਹੁਣ ਜਿਹੜਾ ਆਦ੍ਰਿਸ਼ਟ ਮੰਨਣ ਹੈ ਉਹ ਹੈ ਪਰਮੇਸ਼ਰ। ਪਰਮੇਸ਼ਰ ਕਿਸੇ ਨੂੰ ਦਿਸਦਾ ਨਹੀਂ, ਅਸੀਂ ਨਹੀਂ ਮੰਨਦੇ। ਕਿਸੇ ਨੂੰ ਕਹੋ ਵੀ ਤੂੰ ਰੱਬ ਵੇਖਿਆ, ਉਹ ਕਹੇਗਾ ਨਹੀਂ। ਦੇਖਣ ਵਾਲੀ ਚੀਜ਼ ਤਾਂ ਮੰਨੀ ਜਾ ਸਕਦੀ ਹੈ, ਸੂਰਜ ਚੰਦਰਮਾ ਧਰਤੀ ਇਹ ਸਭ ਨੂੰ ਦਿਸਦੇ ਨੇ, ਮੰਨੇ ਜਾ ਸਕਦੇ ਨੇ। ਔਰ ਸੰਸਕਾਰੀ ਮੰਨਣ ਵੀ ਅਸੀਂ ਮੰਨ ਲੈਂਦੇ ਹਾਂ ਕਿਉਂਕਿ ਸਾਡੇ ਪੁਰਖੇ ਮੰਨਦੇ ਸੀ। ਲੇਕਿਨ ਜਿਹੜਾ ਆਦ੍ਰਿਸ਼ਟ ਦਿੱਤਾ ਹੈ ਮੰਨਣ ਹੈ ਨਾ ਦਿਸੇ ਜਾਣ ਵਾਲਾ ਮੰਨਣ ਹੈ, ਇਹ ਮੰਨਣਾ ਬਹੁਤ ਔਖਾ ਹੈ। ਤੇ ਫਿਰ ਇਸੇ ਮੰਨਣ ਨੂੰ ਹੀ ਗੁਰੂ ਸਾਹਿਬ ਨੇ ਸਾਨੂੰ ਇਹ ਕਿਹਾ ਵੀ ਭਾਈ ਇੱਦਾਂ ਦਾ ਮੰਨਣ ਜਿੱਥੇ ਮਨ ਦੇ ਸੰਕਲਪ ਨਾ ਹੋਣ। ਸੁਣਨ ਤੋਂ ਬਾਅਦ ਤੇਰੇ ਕੋਲ ਦੋ ਰਸਤੇ ਨੇ, ਇੱਕ ਵਿਚਾਰ ਕਰਨ ਦਾ ਔਰ ਦੂਸਰਾ ਜਿਹੜਾ ਉਹ ਮੰਨਣ ਦਾ। ਜੇ ਤੂੰ ਸੁਣ ਕੇ ਵਿਚਾਰਾਂ ਦੇ ਵਿੱਚ ਪੈ ਗਿਆ ਤਾਂ ਮੰਨ ਲੈ ਵੀ ਤੇਰੇ ਅੰਦਰ ਕਿਤੇ ਨਾ ਕਿਤੇ ਜਾ ਕੇ ਜਾਂ ਤਾਂ ਹਉਮੈ ਪੈਦਾ ਹੋ ਗਈ ਗਿਆਨਵਾਨ ਹੋਣ ਦੀ, ਜਾਂ ਹੰਕਾਰ ਪੈਦਾ ਹੋ ਗਿਆ ਵਿਦਵਾਨ ਹੋਣ ਦਾ। ਚਲੋ ਬਹੁਤ ਸਾਰੇ ਜਿਹੜੇ ਹੰਕਾਰ ਤੋਂ ਬਾਅਦ ਹਉਮੈ ਤੋਂ ਬਾਅਦ ਬਹੁਤ ਸਾਰੇ ਰੋਗ ਨੇ ਜਿਹੜੇ ਮਨੁੱਖ ਨੂੰ ਲੱਗ ਜਾਂਦੇ ਨੇ। ਕ੍ਰੋਧ ਵੀ ਇੱਥੋਂ ਹੀ ਪੈਦਾ ਹੁੰਦਾ ਹੈ, ਲੋਭ ਵੀ ਇੱਥੋਂ ਹੀ ਪੈਦਾ ਹੁੰਦਾ ਹੈ, ਇਹ ਮੋਹ ਵੀ ਇੱਥੋਂ ਹੀ ਪੈਦਾ ਹੁੰਦਾ ਹੈ। ਇਹ ਬਹੁਤ ਸਾਰੇ ਰੋਗ ਨੇ। ਲੇਕਿਨ ਹਕੀਕਤ ਇਹ ਹੈ ਵੀ ਅਗਰ ਤੂੰ ਗੁਰਬਾਣੀ ਨੂੰ ਸ਼ਰਵਣ ਕੀਤਾ ਹੈ, ਸ਼ਰਵਣ ਕਰ ਲਿਆ, ਆਪਾਂ ਚਾਰ ਪੌੜੀਆਂ ਵਿਚਾਰੀਆਂ ਨੇ ਨਾ ਸ਼ਰਵਣ ਕਰਨ ਦੀਆਂ। ਅਗਰ ਤੂੰ ਗੁਰਬਾਣੀ ਨੂੰ ਸ਼ਰਵਣ ਕੀਤਾ ਹੈ ਤਾਂ ਤੇਰੇ ਵਿੱਚ ਫਿਰ ਮੰਨਣ ਦੀ ਅਵਸਥਾ ਜਿਹੜੀ ਹੈ, ਨਾ ਭਾਵ ਤੇਰੇ ਸੰਕਲਪ ਵਿਕਲਪ ਰੁਕ ਜਾਣ ਸੁਣ ਕੇ, ਤੇਰੇ ਅੰਦਰ ਸੱਚ ਪੈਦਾ ਹੋ ਜਾਏ, ਸੰਕਲਪ ਵਿਕਲਪ ਰੁਕ ਜਾਣ। ਤੇ ਜਦੋਂ ਸੰਕਲਪ ਤੇ ਵਿਕਲਪ ਰੁਕ ਗਏ ਫਿਰ ਤੇਰੇ ਅੰਦਰ ਮੰਨਣ ਦੀ ਅਵਸਥਾ ਸ਼ੁਰੂ ਹੋਵੇਗੀ। ਇਹ ਅੱਜ ਆਪਾਂ ਮੰਨਣ ਦੀ ਉਥਾਨਕਾ ਹੀ ਜਿਹੜੀ ਉਥਾਨਕਾ ਤੁਸੀਂ ਸਮਝਦੇ ਹੋ ਭਾਈ, ਜਿਹੜੇ ਅਭਿਆਸੀ ਨੇ ਉਹ ਤੇ ਸਮਝਦੇ ਨੇ। ਉਥਾਨਕਾ ਹੁੰਦੀ ਹੈ ਜਿਵੇਂ ਮੰਨ ਲਓ ਕਿਸੇ ਵੀ ਸ਼ਬਦ ਨੂੰ ਉਚਾਰਨ ਕਰਨਾ ਹੈ, ਉਸ ਨੂੰ ਉਚਾਰ ਕਰਨ ਤੋਂ ਪਹਿਲਾਂ ਉੱਥੋਂ ਦਾ ਵਾਤਾਵਰਣ, ਉੱਥੋਂ ਦਾ ਮਾਹੌਲ ਕੀ ਸੀ, ਉਹਨੂੰ ਆਪਾਂ ਉਥਾਨਕਾ ਕਹਿ ਦਿੰਦੇ ਹਾਂ, ਉਦਾਹਰਣ ਵੀ ਕਹਿ ਸਕਦੇ ਹਾਂ। ਤੇ ਅੱਜ ਆਪਾਂ ਸਿਰਫ ਮੰਨਣ ਦੀ ਉਥਾਨਕਾ ਹੀ ਵਿਚਾਰਦੇ ਹਾਂ। ਕੱਲ੍ਹ ਤੋਂ ਹੀ ਆਪਾਂ ਫਿਰ ਇਹ ਵਿਚਾਰ ਕਰਾਂਗੇ ਕਿ ਮੰਨੇ ਕੀ ਗਤ ਕਹੀ ਨਾ ਜਾਏ। ਇਹ ਆਪਾਂ ਕੱਲ੍ਹ ਨੂੰ ਵਿਚਾਰਾਂਗੇ ਵੀ ਅੱਜ ਤੁਸੀਂ ਮੰਨਣ ਸਮਝ ਲਿਆ ਵੀ ਮੰਨਣ ਕਿਹਨੂੰ ਕਹਿੰਦੇ ਨੇ।
ਇਹ ਨਹੀਂ ਹੁੰਦਾ ਵੀ ਆਪਾਂ ਬਾਹਰੀ ਤੌਰ 'ਤੇ ਕਹਿਤਾ ਵੀ ਭਾਈ ਮੈਂ ਤਾਂ ਫਲਾਣੇ ਨੂੰ ਮੰਨਦਾ, ਉਹ ਮੰਨਣ ਦੀ ਗੱਲ ਨਹੀਂ ਚੱਲਦੀ ਇੱਥੇ। ਮੰਨਣ ਦਾ ਤੁਸੀਂ ਪਰਿਭਾਸ਼ਾ ਸਮਝ ਲਈ ਆਪਾਂ ਅੱਜ ਦੀ ਵਿਚਾਰ ਵਿੱਚ ਸਿਰਫ ਮੰਨਣ ਦੀ ਪਰਿਭਾਸ਼ਾ ਨੂੰ ਹੀ ਸਮਝਿਆ ਹੈ ਕਿ ਮੰਨਣ ਦੀ ਪਰਿਭਾਸ਼ਾ ਕੀ ਹੈ। ਮੰਨਣ ਦੀ ਪਰਿਭਾਸ਼ਾ ਉਹ ਹੁੰਦੀ ਹੈ ਤੁਸੀਂ ਗੁਰੂ ਦੀ ਵਿਚਾਰ ਨੂੰ ਸੁਣ ਕੇ ਬਸ ਉੱਥੇ ਆਪਣੇ ਸੰਕਲਪ ਅਤੇ ਵਿਕਲਪਾਂ ਨੂੰ ਖਤਮ ਕਰਕੇ ਉਹਨੂੰ ਹਿਰਦੇ ਦੇ ਤਲ ਤੱਕ ਲੈ ਜਾਓ। ਉਸ ਬਾਣੀ ਦੀ ਵਿਚਾਰ ਨੂੰ, ਗੁਰੂ ਦੀ ਗੱਲ ਨੂੰ ਸੁਣ ਕੇ ਆਪਣੇ ਹਿਰਦੇ ਦੀ ਗਹਿਰਾਈ ਤੱਕ ਲੈ ਜਾਓ, ਉਹਨੂੰ ਕਹਿੰਦੇ ਨੇ ਮੰਨਣ। ਉਹਦਾ ਮੰਨਣ ਨਹੀਂ ਵੀ ਮੈਂ ਤੇ ਆ ਬੜੀ ਦੁਨੀਆ, ਮੈਂ ਤੇ ਜੀ ਫਲਾਣੇ ਬਾਬੇ ਨੂੰ ਮੰਨਦਾ, ਫਲਾਣੇ, ਨਹੀਂ ਨਹੀਂ ਨਹੀਂ, ਇਸ ਮੰਨਣ ਦੀ ਗੱਲ ਨਹੀਂ ਚੱਲਦੀ। ਜਿੱਥੇ ਮਨ ਰੁਕ ਜਾਏ, ਜਿੱਥੇ ਅਸੀਂ ਮਨ ਤੋਂ ਪਰੇ ਹੋ ਜਾਈਏ, ਜਿੱਥੇ ਮਨ ਦੀ ਗੱਲ ਨਾ, ਜਿੱਥੇ ਝੋਰੇ ਝਮੇਲੇ ਸਵਾਲ ਇਹ ਸਭ ਕੁਝ ਖਤਮ ਹੋ ਜਾਵੇ, ਉਹਨੂੰ ਕਹਿੰਦੇ ਨੇ ਮੰਨਣ ਦੀ ਅਵਸਥਾ। ਇਸ ਕਰਕੇ ਗੁਰੂ ਸਾਹਿਬ ਨੇ ਆਪਣੇ 'ਤੇ ਤਰਸ ਕੀਤਾ ਭਾਈ, ਸਮਾਂ ਭਾਵੇਂ ਥੋੜ੍ਹਾ ਹੁੰਦਾ ਹੈ ਪਰ ਥੋੜ੍ਹੇ ਸਮੇਂ ਦੇ ਵਿੱਚ ਹੀ ਆਪਾਂ ਜ਼ਿਆਦਾ ਲਾਹਾ ਲੈਣਾ ਹੈ। ਜਦੋਂ ਸਾਡੇ ਕੋਲ ਆ ਮੰਨਣ ਦੀ ਅਵਸਥਾ ਹੋ ਗਈ ਨਾ, ਫਿਰ ਗੁਰੂ ਸਾਹਿਬ ਨੇ ਇਸੇ ਨੂੰ ਕਿਹਾ ਕਿਨਕਾ ਏਕ ਜਿਸ ਜੀ ਬਸਾਵੇ। ਇਸੇ ਮੰਨਣ ਨੂੰ ਕਿਹਾ ਜੀ, ਦੂਜੇ ਮੰਨਣ ਨੂੰ ਨਹੀਂ। ਦੇਖੋ ਗੁਰੂ ਸਾਹਿਬ ਨੇ ਕਿਣਕੇ ਦੀ ਗੱਲ ਕੀਤੀ ਸੁਖਮਨੀ ਸਾਹਿਬ ਦੇ ਵਿੱਚ। ਫਿਰ ਜਦੋਂ ਇੱਦਾਂ ਦਾ ਮੰਨਣ ਦੀ ਅਵਸਥਾ ਸਾਡੇ ਜੀਵਨ ਵਿੱਚ ਆ ਗਈ, ਮੰਨਣ ਦੀ ਅਵਸਥਾ ਸਾਡੇ ਜੀਵਨ ਵਿੱਚ ਆ ਗਈ, ਫਿਰ ਗੁਰੂ ਪਾਤਸ਼ਾਹ ਨੇ ਫਿਰ ਕਹਿ ਦਿੱਤਾ ਕਿਨਕਾ ਏਕ ਜਿਸ ਜੀ ਬਸਾਵੇ ਤਾਂ ਕਿ ਮਹਿਮਾ ਗਣੀ ਨਾ ਆ। ਫਿਰ ਸਾਨੂੰ ਗੁਰੂ ਸਾਹਿਬ ਕਹਿੰਦੇ ਭਾਵੇਂ ਫਿਰ ਇੱਕ ਕਿਣਕਾ ਮਾਤਰ ਹੀ ਵਸਾ ਲਿਆ ਮਨ 'ਚ, ਬਸ ਫੇਰ ਤੇਰੀ ਮਹਿਮਾ ਗਣੀ ਨਹੀਂ ਜਾਣੀ। ਜੇਕਰ ਇਹ ਮੰਨਣ ਦੀ ਅਵਸਥਾ ਦੀ ਗੱਲ ਹੈ ਭਾਈ, ਉੱਦਾਂ ਕਿਣਕਾ ਨਹੀਂ ਮਨ 'ਚ ਵਸਦਾ। ਉੱਦਾਂ ਤੇ ਹੁਣ ਸਾਡੇ ਆਪਾਂ ਵੇਖਦੇ ਹੀ ਹਾਂ ਜੀ, ਕਿੰਨੇ ਪਾਠੀ ਸਿੰਘ ਨੇ, ਅਸੀਂ ਸਾਰੇ ਹੀ ਆ ਗਏ, ਕਿੰਨੀ ਵਾਰ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਪੜ੍ਹ ਲਈ, ਸੁਣਾਉਂਦੇ ਵੀ ਹਾਂ, ਪੜ੍ਹਦੇ ਵੀ ਹਾਂ, ਮੰਨਿਆ ਕਿਸੇ ਨੇ ਨਹੀਂ। ਅਤੇ ਸੁਣਨ ਵਾਲਿਆਂ ਦਾ ਵੀ ਅੰਤ ਕੋਈ ਨਹੀਂ ਭਾਈ, ਤੁਸੀਂ ਸਾਰੇ ਆਪਾਂ ਵਿੱਚ ਹੀ ਹਾਂ। ਕਿੰਨੀ ਵਾਰ, ਕਿੰਨੇ ਘਰਾਂ 'ਚ, ਕਈ ਹਰ ਸਾਲ ਪਾਠ ਕਰਾਉਂਦੇ ਨੇ, ਕੋਈ ਸਾਲ 'ਚ, 2 ਸਾਲਾਂ 'ਚ, ਕੋਈ ਕਿੱਦਾਂ, ਹਰੇਕ ਘਰ ਦੇ ਵਿੱਚ ਪਾਠ ਹੁੰਦੇ ਨੇ। ਕਿਸੇ ਨੇ ਮੰਨਿਆ? ਕੀ 1430 ਅੰਗਾਂ ਵਿੱਚੋਂ ਕਿਣਕਾ ਸਾਡੇ ਮਨ 'ਚ ਨਹੀਂ ਵਸਿਆ? ਕਿਉਂ ਨਹੀਂ ਵਸਿਆ? ਕਿਉਂਕਿ ਸਾਡੇ ਕੋਲ ਮੰਨਣ ਦੀ ਅਵਸਥਾ ਨਹੀਂ ਸੀ। ਸਾਡੇ ਮਨ ਦੇ ਵਿੱਚ ਝੋਰੇ ਸੰਕਲਪ ਵਿਕਲਪ ਚੱਲਦੇ ਰਹਿੰਦੇ ਸਨ। ਅਤੇ ਗੁਰੂ ਕਿਰਪਾ ਕਰਿਆ ਮੰਨਣ ਦੀ ਅਵਸਥਾ ਸਾਡੇ ਮਿਲੇ, ਫਿਰ ਇੱਕ ਕਿਣਕਾ ਮਾਤਰ ਹੀ ਸਾਡੇ ਹਿਰਦੇ 'ਚ ਵਸੇਗਾ ਅਤੇ ਉਹਦੇ ਨਾਲ ਹੀ ਸਾਡੀ ਗਿਣਤੀ ਵੱਡੀ ਹੋ ਜਾਏਗੀ, ਸਾਡੀ ਮਹਿਮਾ ਗਿਣਤੀ ਤੋਂ ਬਾਹਰ ਹੋ ਜਾਏਗੀ। ਇਸ ਕਰਕੇ ਅੱਜ ਆਪਾਂ ਸਿਰਫ ਮੰਨਣ ਦੀ ਪਰਿਭਾਸ਼ਾ ਨੂੰ ਸਮਝਿਆ। ਗੁਰੂ ਕਿਰਪਾ ਕਰੇ ਇਹ ਪਰਿਭਾਸ਼ਾ, ਇਹ ਅਵਸਥਾ ਸਾਨੂੰ ਪ੍ਰਾਪਤ ਵੀ ਹੋਵੇ। ਵੱਧ ਚੜ੍ਹ ਕੇ ਸੰਗਤ ਗੁਰੂ ਪਾਤਸ਼ਾਹ ਦੇ ਪਾਵਨ ਚਰਨਾਂ ਵਿੱਚ ਪਹੁੰਚ ਕੇ ਲਾਹੇ ਪ੍ਰਾਪਤ ਕਰਿਆ ਕਰੋ ਜੀ। ਕੱਲ੍ਹ ਗੁਰੂ ਸਾਹਿਬ ਕਿਰਪਾ ਕਰਨਗੇ, ਆਪਾਂ ਮੰਨਣ ਦੀਆਂ ਜਿਹੜੀਆਂ ਇਹ 4 ਪੌੜੀਆਂ ਨੇ, ਸਤਿਗੁਰੂ ਜੀ ਆਪ ਕਿਰਪਾ ਦੇ ਨਾਲ ਵਿਚਾਰ ਕਰਵਾ ਲੈਣ। ਕਥਾ ਦਾ ਸਮਾਂ ਸਮਾਪਤ ਹੈ। ਬੋਲਦਿਆਂ ਚਲਦਿਆਂ ਅਨੇਕ ਭੁੱਲਾਂ ਗੁਰੂ ਔਰ ਗੁਰੂ ਕੀ ਸੰਗਤ ਖਿਮਾਯੋਗ। ਬੁਲਾਓ ਫਤਿਹ, ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ